हालेलुया हालेलुया। तो वचन पढ़ते हैं अज़ूब उसकी 28 अध्याय, अज़ूब 28 अध्याय और 12 तो पढ़ांगे। अज़ूब 28 अध्याय 12 तो पढ़ांगे कि बुद्धि किथे आ और किथों मिल सकती है और जद मिलदी आ फिर की हुंदा। हालेलुया हालेलुया। सो आइए परमेश्वर का वचन देखते हैं। बुद्धि सानू प्रभु दे कोलों मिलदी आ, किथों मिलदी? हालेलुया हालेलुया। वचन दे विच की लिखिया होया, पर सानू बुद्धि किथे मिल सकती है ਜਾਂ ਸਮਝ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? ਇਹ ਜਿਉਂਦਿਆਂ ਦੇ ਸੰਸਾਰ ਦੇ ਵਿੱਚ ਨਹੀਂ ਮਿਲਦੀ ਅਤੇ ਮਨੁੱਖ ਇਸ ਦਾ ਮੁੱਲ ਨਹੀਂ ਜਾਣਦਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਬੁੱਧੀ ਕਿੱਥੇ ਮਿਲ ਸਕਦੀ ਆ? ਕਿੱਥੇ ਮਿਲ ਸਕਦੀ? ਜਾਂ ਸਮਝ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? ਇਹ ਜਿਉਂਦਿਆਂ ਦੇ ਸੰਸਾਰ ਦੇ ਵਿੱਚ ਨਹੀਂ ਹੈ। ਇਹ ਜਿਉਂਦਿਆਂ ਦਾ ਸੰਸਾਰ ਆ, ਮੁਰਦਾ ਸਾਡੇ ਨਾਲ ਦਾ ਨਹੀਂ ਹੁੰਦਾ। ਜਿਹੜੇ ਮਰ ਜਾਂਦੇ ਉਹਨਾਂ ਨੂੰ ਦਫਨਾ ਦਿੱਤਾ ਜਾਂਦਾ ਜਾਂ ਸਾੜ ਦਿੱਤਾ ਜਾਂਦਾ, ਉਹਨਾਂ ਦਾ ਕੰਟੈਕਟ ਜਿਹੜਾ ਆ ਉਹ ਜਿਉਂਦੇ ਲੋਕਾਂ ਦੇ ਨਾਲ ਖਤਮ ਹੋ ਜਾਂਦਾ ਆ। ਹਾਲੇਲੂਇਆ ਹਾਲੇਲੂਇਆ। ਇਹ ਕਿਹੜਾ ਸੰਸਾਰ ਆ? ਜਿਉਂਦਿਆਂ ਦਾ ਸੰਸਾਰ, ਜਿਸ ਦੇ ਵਿੱਚ ਜਿਉਂਦੇ ਪ੍ਰਾਣੀ ਵਸਦੇ ਆ। ਹਾਲੇਲੂਇਆ 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 ਹਾਲੇਲੂਇਆ। ਔਰ ਕਹਿੰਦੇ ਜਿਉਂਦਿਆਂ ਦੇ ਸੰਸਾਰ ਦੇ ਵਿੱਚ ਨਹੀਂ ਹੈ। परमेश्वर का कलाम कहता जेड़ा ये संसार आ इस दे विच बुद्धि नहीं मिल सकती, इस दे विच बुद्धि नहीं मिल सकती और ना ही है। अते मनुष्य इसका मुल नहीं जानता कि बुद्ध इत्थे भी नहीं है। हालेलुया हालेलुया हालेलुया। परमेश्वर का कलाम दसदा कहंदा कि मनुष्य नूं इसका मुल नहीं पता। बुद्धि किदां मिलूगी, केड़ा मुल लगना, की इसका मूल्य, लेकिन बुद्ध इत्थे भी नहीं आ। हालेलुया। अगर ਅਸੀਂ ਕਹਿੰਦੇ ਆ ਨਾ ਕਿ ਅਸੀਂ ਸੋਨੇ ਦੇ ਨਾਲ, ਚਾਂਦੀ ਦੇ ਨਾਲ ਜਾਂ ਪੈਸਿਆਂ ਦੇ ਨਾਲ ਜਾਂ ਧਨ ਦੌਲਤ ਨਾਲ ਬੁੱਧ ਨੂੰ ਖਰੀਦ ਸਕਦੇ ਆ ਤਾਂ ਇਹ ਗਲਤ ਹੈ। ਹਾਲੇਲੁਇਆ ਕਿਉਂਕਿ ਅਸੀਂ ਇਸ ਦਾ ਮੁੱਲ ਜਿਹੜਾ ਇਨਸਾਨ ਹੈ ਉਹਨੂੰ ਨਹੀਂ ਪਤਾ। ਹਾਲੇਲੁਇਆ। ਅਗਰ ਬੁੱਧੀ ਸੰਸਾਰ ਦੇ ਵਿੱਚ ਵੀ ਨਹੀਂ ਹੈ और सानू इसका मुल भी नहीं पता क्योंकि ਅਸੀਂ ਮਨੁੱਖ ਆ। ਹਾਲੇਲੂਇਆ ਅਸੀਂ ਕੀ ਆ? ਮਨੁੱਖ। और प्रभु के वचन से लिखा जिਉਂਦਿਆਂ ਦੇ ਸੰਸਾਰ ਵਿੱਚ नहीं है और मनुੱਖ ਨੂੰ इसका मुल भी नहीं पता। ਸਮੁੰਦਰ ਦੇ ਸਾਗਰ ਦੀ ਡੂੰਘਾਈ ਕਹਿੰਦੀ ਹੈ ਇਹ ਸੋਨੇ ਤੇ ਚਾਂਦੀ ਨਾਲ ਮੁੱਲ ਨਹੀਂ ਖਰੀਦੀ ਜਾ ਸਕਦੀ। ਹਾਲੇਲੂਇਆ ਜਿਹੜਾ ਸਮੁੰਦਰ ਆ ਔਰ ਸਾਗਰ ਆ, ਤੁਸੀਂ ਜਾਣਦੇ ਸਮੁੰਦਰ ਔਰ ਸਾਗਰ ਕਿੰਨਾ ਡੀਪ ਹੁੰਦਾ ਹੈ, ਕਿੰਨਾ ਡੂੰਘਾ ਹੁੰਦਾ। ਉਸ ਦੇ ਅੰਦਰ ਅਸੀਂ ਜਾਣਦੇ ਸਾਨੂੰ ਖਜ਼ਾਨਾ ਮਿਲਦਾ ਹੈ, ਜਿੰਨਾ ਅੰਦਰ ਜਾਵਾਂਗੇ ਹੀਰੇ ਮੋਤੀ ਜਵਾਹਰਾਤ ਬਹੁਤ ਕੁਝ ਮਿਲਦਾ। ਜਿੰਨਾ ਡੀਪ ਜਾਂਦੇ ਸਮੁੰਦਰ ਦੇ ਗਹਿਰਾਈ ਵਿੱਚ ਉਹਨਾਂ ਖਜ਼ਾਨਾ ਮਿਲਦਾ। ਲੇਕਿਨ ਉਹ ਵੀ ਕਹਿੰਦੇ ਆ, ਕੀ ਕਹਿੰਦੇ? ਕਹਿੰਦੇ ਸੋਨੇ ਤੇ ਚਾਂਦੀ ਨਾਲ ਮੁੱਲ ਖਰੀਦੀ ਨਹੀਂ ਜਾ ਸਕਦੀ। ਹਾਲੇਲੂਇਆ ਹਾਲੇਲੂਇਆ। ਸੋਨੇ ਚਾਂਦੀ ਨਾਲ ਅਸੀਂ ਬੁੱਧ ਨੂੰ ਨਹੀਂ ਖਰੀਦ ਸਕਦੇ। सोना शुद्ध सोना ਜਾਂ ਬਹੁਮੁੱਲੇ ਹੀਰੇ ਵੀ ਇਸ ਦੀ ਬਰਾਬਰੀ ਨਹੀਂ ਕਰ ਸਕਦੇ ਹਨ। ਹਾਲੇਲੂਇਆ ਜਿਹੜਾ ਸ਼ੁੱਧ ਸੋਨਾ ਹੈ, ਸ਼ੁੱਧ ਸੋਨਾ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੁੰਦੀ, ਔਰ ਬਹੁਮੁੱਲਾ ਹੀਰਾ ਜਿਸ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ, ਬਹੁਮੁੱਲਾ ਹੀਰਾ, ਉਹ ਵੀ ਕਹਿੰਦੇ ਇਸ ਦੀ ਬਰਾਬਰੀ ਨਹੀਂ ਕਰ ਸਕਦੇ। ਇਸ ਦਾ ਮੁੱਲ ਸੋਨੇ ਤੋਂ ਕਿਤੇ ਅਧਿਕ ਹੈ ਤੇ ਸੋਨੇ ਦੇ ਗਹਿਣਿਆਂ ਅਤੇ ਸ਼ੁੱਧ ਕੱਚ ਤੋਂ ਵੀ ਬਹੁਮੁੱਲੀ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਹਿੰਦੇ ਜਿਹੜਾ ਬੁੱਧੀ ਆ ਜਿਹੜੀ ਇਸ ਦਾ ਮੁੱਲ ਕਹਿੰਦੇ ਸ਼ੁੱਧ ਸੋਨੇ ਤੋਂ ਵੀ ਕਿਤੇ ਜ਼ਿਆਦਾ ਹੈ। ਇਸ ਸੋਨੇ ਦੇ ਗਹਿਣਿਆਂ ਤੋਂ ਵੀ ਸ਼ੁੱਧ ਆ ਤੇ ਜਿਹੜਾ ਕੱਚ ਆ ਉਹਦੇ ਨਾਲੋਂ ਵੀ ਜ਼ਿਆਦਾ ਬਹੁਮੁੱਲੀ ਆ। ਹਾਲੇਲੂਇਆ। ਬੁੱਧੀ ਦਾ ਮੁੱਲ ਤਾਂ ਮੂੰਗ ਤੇ ਬਲੌਰ ਅਤੇ ਹੀਰਿਆਂ ਤੋਂ ਵੀ ਕਿਤੇ ਅਧਿਕ ਹੈ। ਕੁਸ਼ ਦਾ ਮੁਖਰਾਜ ਜਾਂ ਸ਼ੁੱਧ ਸੋਨਾ ਵੀ ਬੁੱਧੀ ਦੀ ਬਰਾਬਰੀ ਨਹੀਂ ਕਰ ਸਕਦੇ। ਪਰ ਸਾਨੂੰ ਬੁੱਧੀ ਕਿੱਥੋਂ ਮਿਲ ਸਕਦੀ ਹੈ ਜਾਂ ਸਮਝ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? ਹਾਲੇਲੂਇਆ ਹਾਲੇਲੂਇਆ। ਸਭ ਨੇ ਦੱਸ ਦਿੱਤਾ, ਸਾਗਰ ਨੇ ਦੱਸ ਦਿੱਤਾ, ਸਮੁੰਦਰ ਨੇ ਦੱਸ ਦਿੱਤਾ, सोने चांदी ने दस दिता, हीरे जवाहरात ने
चुका। इन्हां तो कीमती होर संसार दे विच किहड़ी चीज आ? कुछ भी नहीं। कुखड़ास कितना कीमती हुंदा, बलौर कितना कीमती हुंदा, हीरे कितने कीमती है। कहंदे ये भी इस दी बराबरी नहीं कर सकते। सारे कुछ बुद्धि दे अगे फिके आ। हालेलुया हालेलुया। शुद्ध सोना भी बुद्धि अगे फिका, हीरे भी बुद्धि अगे फिके, सब कुछ किसी दा भी बुद्धि दे अगे कोई मुल नहीं है। हालेलुया हालेलुया हालेलुया। कहंदे ये भी बुद्धि दी बराबरी नहीं कर सकते। पर सानू बुद्धि कित्थों मिल सकदी आ जे समझ सानू कित्थों मिलेगी? जिंदे प्राणी इसनूं देख नहीं सकते ਅਤੇ ਉੜਦੇ ਪੰਛੀ ਵੀ ਇਸ ਨੂੰ ਵੇਖ ਨਹੀਂ ਸਕਦੇ। ਹਾਲੇਲੂਇਆ ਹਾਲੇਲੂਇਆ। ਕਹਿੰਦੇ ਕਿ ਜਿਉਂਦੇ ਪ੍ਰਾਣੀ ਇਸ ਨੂੰ ਦੇਖ ਨਹੀਂ ਸਕਦੇ। और ਜਿਹੜੇ ਉੜਦੇ ਪੰਛੀਆਂ ਨੂੰ ਵੀ ਨਹੀਂ ਪਤਾ ਕਿ ਬੁੱਧੀ ਕਿੱਥੇ ਹੈ। ਕੋਈ ਵੀ ਇਸ ਦੇ ਬਾਰੇ ਜਾਣਦਾ ਨਹੀਂ, ਨਾ ਕੋਈ ਇਸ ਨੂੰ ਦੇਖਦਾ ਆ। ਕਹਿੰਦੇ ਇੱਥੇ ਤੱਕ ਕਿ ਮੌਤ ਤੇ ਨਾਸ਼ਤਾ ਨੇ ਵੀ ਮੰਨਿਆ ਕਿ ਉਹਨਾਂ ਨੇ ਕੇਵਲ ਇਸ ਬਾਰੇ ਸੁਣਿਆ ਹੀ ਹੈ। ਹਾਲੇਲੂਇਆ ਹਾਲੇਲੂਇਆ। ਜਿਹੜੀ ਮੌਤ ਆ और नाश्ता उन्होंने भी पता है कि बुद्धि है, उन्होंने सिर्फ सुनिया है, केवल कि इसको मन्निया ते सुनिया है, लेकिन उन्होंने पता नहीं कि बुद्धि किथे मिल रही है। हालेलुया हालेलुया हालेलुया। केवल परमेश्वर ही इसके बारे जानता। मौत किहनूं कहंदे आ? मौत किहनूं कहंदे? मौत किसनूं कहंदे? मौत और नाश्ता में मन्निया ਅਤੇ ਕੇਵਲ ਇਸ ਦੇ ਬਾਰੇ ਸੁਣਿਆ। ਮੌਤ ਕਹਿੰਦੇ ਸ਼ੈਤਾਨ ਨੂੰ, ਕਿਉਂਕਿ ਮੌਤ ਜਿਹੜੀ ਸ਼ੈਤਾਨ ਦੇ ਦੁਆਰਾ ਆਉਂਦੀ ਆ। ਹਾਲੇਲੂਇਆ 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 ਹਾਲੇਲੂਇਆ। ਇੱਕ ਮੌਤ ਉਹ ਹੁੰਦੀ ਜਿਹੜੀ ਪਰਮੇਸ਼ਰ ਨੇ ਲਿਖੀ ਹੁੰਦੀ ਆ। ਇੱਕ ਜਿਹੜੇ ਸ਼ੈਤਾਨ ਆ ਉਸ ਨੂੰ ਵੀ ਮੌਤ ਦਾ ਨਾਂ ਹੀ ਕਹਿੰਦੇ ਆ। ਹਾਲੇਲੂਇਆ ਹਾਲੇਲੂਇਆ। ਸ਼ੈਤਾਨ ਨੂੰ ਵੀ ਨਹੀਂ ਪਤਾ ਬੁੱਧੀ ਕਿੱਥੇ ਆ। ਹਾਲੇਲੂਇਆ ਹਾਲੇਲੂਇਆ। ਉਸ ਦੇ ਕੋਲ ਬੁੱਧੀ ਹੁੰਦੀ ਨਹੀਂ। उन्होंने कहते केवल सुनिया ने है, सुनिया शैतान ने भी मन्निया भी है, लेकिन कहते केवल परमेश्वर ही इसके बारे जानता ते उस स्थान को भी जानता कि जिथों मिल सकती है। हालेलुया हालेलुया हालेलुया। किसी को नहीं पता ना समुद्र की गहराई दे विच, ना सोने चांदी नाल, ना इस धरती दे उत्ते, ना जिंदियां दे संसार विच। हर जगह ਅਸੀਂ देख लिया कि किते भी बुद्धि नहीं है। कहते केवल परमेश्वर ही इसके बारे जानता है। कौन जानता? परमेश्वर। ਅਤੇ कहते उस ਥਾਂ ਨੂੰ ਹੀ जानता है जिथे मिल सकती है। हालेलुया। ਅਸੀਂ ਸੰਸਾਰ ਵਿੱਚ ਰਹਿੰਦੇ ਆ, ਸੰਸਾਰ ਵਿੱਚ ਸਮਝ ਨਹੀਂ ਆ, ਬੁੱਧੀ ਨਹੀਂ ਆ, ਇੱਥੋਂ ਨਹੀਂ ਮਿਲੀ ਸਾਨੂੰ, ਉਸ ਜਗ੍ਹਾ ਦਾ ਵੀ ਨਹੀਂ ਪਤਾ ਕਿੱਥੇ ਆ। ਲੇਕਿਨ ਪਰਮੇਸ਼ਰ ਦਾ ਕਲਾਮ ਦੱਸਦਾ कहना कि परमेश्वर इसके बारे जानता है, उस स्थान को भी जानता जिथों मिल सकती है। हालेलुया हालेलुया। क्योंकि वो धरती दी हद्दां नूं जानता है। हालेलुया हालेलुया। आवाज कट करी थोड़ी। क्योंकि वो धरती दी हद्दां नूं भी जानता है अते आकाश दे हेठली हर चीज नूं देखदा है। हालेलुया हालेलुया। परमेश्वर धरती दी हद्दां नूं जानता है, किथे तक कितनियां तैमां, धरती दे नीचे की आ, आकाश ਦੀ ਪਰਮੇਸ਼ਰ ਹਰ ਹੇਠਲੀ ਚੀਜ਼ ਨੂੰ ਦੇਖਦਾ। ਸਾਡੇ ਇੱਥੇ ਕੋਈ ਸੂਈ ਗਵਾਚ ਜੇ ਸਾਨੂੰ ਉਹ ਨਹੀਂ ਲੱਭਣੀ ਕਿੱਥੇ ਆ। ਕੋਈ ਇੰਨਾ ਕਿ ਸਰੋਂ ਦਾ ਦਾਣਾ ਡਿੱਗ ਜਾਏਗਾ, ਬੀਜ ਡਿੱਗ ਜਾਏਗਾ, ਉਹ ਸਾਨੂੰ ਨਹੀਂ ਮਿਲੇਗਾ। ਸਿਰਫ ਇੱਥੇ ਸਾਡੀ ਨਿਗਾਹ ਜਾਂਦੀ, ਸਿਰਫ ਇੱਥੇ ਤੱਕ। ਲੇਕਿਨ ਪਰਮੇਸ਼ਰ ਦੀ ਨਿਗਾਹ ਕਿੱਥੇ ਤੱਕ ਆ? ਧਰਤੀ ਤੋਂ ਪਾਰ ਚੀਰ ਕੇ ਉਹ ਥੱਲੇ ਦੇਖ ਲੈਂਦਾ ਨੀਚੇ ਕੀ ਆ, ਧਰਤੀ ਤੋਂ ਨੀਚੇ, ਆਕਾਸ਼ ਤੋਂ ਉੱਪਰੋਂ ਥੱਲੇ, ਆਕਾਸ਼ ਤੋਂ ਹੇਠੋਂ ਸਾਨੂੰ ਸਾਰਿਆਂ ਨੂੰ ਦੇਖ ਸਕਦਾ ਹੈ। अगर मान लो कि असी छत के ऊपर खड़े सानू नीचे अगर कोई कीड़ी वो नहीं दिसनी किथे की चल रही है। हालेलुया। परमेश्वर की निगाह देखो कितनी ज्यादा है। परमेश्वर की नजर कितनी महान है। ऊपरों देखता धरती को चीर के थले तक देख लेंदा है। हालेलुया। जिसने धरती को बनाया है ना, धरती दी हद्दां नूं जानदा है और आकाश दे हेठ हर चीज नूं देखदा है। हालेलुया। ਜਦੋਂ ਪਰਮੇਸ਼ਰ ਨੇ ਹਵਾ ਨੂੰ ਇਸ ਦੀ ਸ਼ਕਤੀ ਦਿੱਤੀ, ਸਾਗਰ ਨੂੰ ਮਾਪ ਦੇ ਨਾਲ ਮਾਪਿਆ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਕਲਾਮ ਦੱਸਦਾ ਪਰਮੇਸ਼ਰ ਨੇ ਹਵਾ ਨੂੰ ਕੀ ਦਿੱਤੀ? ਸ਼ਕਤੀ। ਹਵਾ ਵੀ ਪਰਮੇਸ਼ਰ ਨੇ ਬਣਾਈ। ਪਰਮੇਸ਼ਰ ਨੇ ਸ਼ਕਤੀ ਦਿੱਤੀ ਹਵਾ ਨੂੰ, ਚੱਲਦੀ ਆ, ਲੇਕਿਨ ਉਸ ਦਾ ਕੰਟਰੋਲ ਸਾਰਾ ਕਿਸ ਦੇ ਹੱਥ ਵਿੱਚ ਆ? ਪ੍ਰਭੂ ਦੇ। ਲੇਕਿਨ ਜਿੰਨੀ ਹਵਾ ਹੁੰਦੀ ਤੁਸੀਂ ਦੇਖਿਆ ਹੋਣਾ, ਤੂਫਾਨ ਹੁੰਦੇ ਆ, ਉਸ ਨਾਲ ਘਰਾਂ ਦੇ ਘਰ ਉੱਜੜ ਜਾਂਦੇ। ਉਸ ਦੇ ਸਾਹਮਣੇ ਵੱਡੀ ਤੋਂ ਵੱਡੀ
ਜਦੋਂ ਤੂਫਾਨ ਆਉਂਦਾ ਇੱਥੋਂ ਤੱਕ ਕਿ ਵੱਡੇ ਵੱਡੇ ਰੁੱਖ ਉਹ ਵੀ ਟੁੱਟ ਜਾਂਦੇ ਆ, लेकिन वो कंट्रोल परमेश्वर ने उसकी लिमिट रखी हुई है, जब उसने चलना कितनी की लिमिट के ਵਿੱਚ चलना। हालेलुया। लेकिन से आप पीछा परमेश्वर दे कहते सागर ਨੂੰ ਮਾਪ ਨਾਲ ਮਾਪਿਆ। ਅਸੀਂ ਕਹਿੰਦੇ ਨੇ ਸਮੁੰਦਰ ਦੀ ਡੂੰਘਾਈ ਨੂੰ ਕੋਈ ਮਾਪ ਨਹੀਂ ਸਕਦਾ, ਸਮੁੰਦਰ ਦੀ ਤਹਿ ਕੋਈ ਮਾਪ ਨਹੀਂ ਸਕਦਾ, ਉਸ ਨੂੰ ਕੋਈ ਮਿਣ ਨਹੀਂ ਸਕਦਾ ਉਹ ਕਿੰਨਾ ਆ। ਹਾਲੇਲੂਇਆ। ਲੇਕਿਨ ਪਰਮੇਸ਼ਰ ਦਾ ਕਲਾਮ ਦੱਸਦਾ ਸਾਗਰ ਨੂੰ ਮਾਪ ਨਾਲ ਮਾਪਿਆ ਕਿਸਨੇ? ਪਰਮੇਸ਼ਰ ਨੇ। पानी तुसी देखिया होना जो चलदा जिथे वो चला जाता उत्थे सारा कुछ रोड़ के ले जाता। परमेश्वर ने सागर दी भी एक लिमिट स्थापित की हुई, एक उसकी लिमिट रखी हुई है, जिथे उन्होंने बनाया सिर्फ उस दे अंदर ही रहता, इधर उधर नहीं जाता, क्योंकि वो परमेश्वर की आज्ञा दे अधीन है। हालेलुया। हालेलुया। लेकिन सागर असी अगर परमेश्वर ने सागर ही सागर करना होंदा धरती किते नहीं सी होनी, सुखी जमीन किते नहीं सी दिसनी, इंसान ने किथे रहना सी। क्योंकि परमेश्वर ने सागर ਨੂੰ ਮਾਪਿਆ ਤੇ ਫਿਰ ਉਹਨੂੰ ਖੜਾ ਕੀਤਾ ਧਰਤੀ ਦੇ ਉੱਤੇ ਕਿ ਉਹਨੇ ਕਿਸ ਜਗ੍ਹਾ ਤੇ ਰਹਿਣਾ ਹੈ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਮੀਂਹ ਪੈਣ ਦਾ ਸਮਾਂ ਠਹਿਰਾਇਆ ਅਤੇ ਗਰਜਦੀ ਬਿਜਲੀ ਦਾ ਰਾਹ ਨਿਸ਼ਚਿਤ ਕੀਤਾ। ਹਾਲੇਲੂਇਆ। ਕਹਿੰਦੇ ਪਰਮੇਸ਼ਰ ਨੇ ਜਦੋਂ ਮੀਂਹ ਪੈਣ ਦਾ ਸਮਾਂ ਠਹਿਰਾਇਆ, ਬਾਰਿਸ਼ ਵੀ ਹੁੰਦੀ ਆ, ਅਗਰ ਲਗਾਤਾਰ ਬਾਰਿਸ਼ ਹੋਵੇ ਤੁਸੀਂ अनुभव करो, तुसी इमेजिन करो कि अगर लगातार बारिश होवे ते की होवेगा, धरती दा इत्थे दा हड़ आ जाना। उसका भी समा किने ठहराया? परमेश्वर ने। परमेश्वर ने ठहराया कि कदों तू होना, किस मौसम में होना, कितना के पैना है, ये सारा कुछ परमेश्वर निश्चित कर दिया। गरजनी बिजली दा राह निश्चित कीता वो भी प्रभु ने। हालेलुया। परमेश्वर ने बिजली को भी बनाया। बिजली जब पैंदी आ हर कोई उसकी गड़गड़ाहट ਨੂੰ ਜਦੋਂ ਸੁਣਦਾ ਉਹ ਕੰਬ ਜਾਂਦੇ ਆ। ਹਾਲੇਲੂਇਆ। ਬਿਜਲੀ ਜਦੋਂ ਪੈਂਦੀ ਆ ਉਸ ਦਾ ਰਾਹ ਪਰਮੇਸ਼ਰ ਨੇ ਨਿਸ਼ਚਿਤ ਕੀਤਾ ਕਿ ਉਹ ਜਦੋਂ ਆਕਾਸ਼ ਤੋਂ ਪੈਂਦੀ ਉੱਥੇ ਤੱਕ ਹੀ ਰਹਿੰਦੀ, ਨੀਚੇ ਨਹੀਂ ਆਉਂਦੀ। ਲੇਕਿਨ ਜਿੱਥੇ ਰੱਬ ਦੀ ਮਰਜ਼ੀ ਹੁੰਦੀ ਉੱਥੇ ਡਿੱਗ ਵੀ ਪੈਂਦੀ ਆ, ਔਰ ਜਿੱਥੇ ਉਹ ਡਿੱਗਦੀ ਉੱਥੇ ਸਾਰਾ ਕੁਝ ਤਬਾਹ ਕਰ ਦਿੰਦੀ ਆ। ਹਾਲੇਲੂਇਆ। ਅਗਰ ਪਰਮੇਸ਼ਰ ਨੇ ਛੂਟ ਦਿੱਤੀ ਹੋਵੇ, ਬਿਜਲੀ ਪਵੇ ਤੇ ਇੱਥੇ ਕੀ ਬਚਣਾ? सारिया चीज़ां परमेश्वर ने बनाईया बहुत ही वड्डियां और साडे लई खतरनाक भी आ, लेकिन लिमिट दे विच आ प्रभु दे, इसलिए सानू उन्हां तों कोई नुकसान नहीं है। हालेलुया। परमेश्वर ने गरजदी बिजली दा राह निश्चित कीता है, और तद उसने इस नूं देखिया ते इस दा मुल परखिया, उसने इस नूं स्वीकार कीता। हालेलुया। परमेश्वर दा वचन की दसदा प्रभु कहंदा तद उसने इस नूं देखिया ਅਤੇ ਇਸ ਦਾ ਮੁੱਲ ਪਰਖਿਆ। ਕਿਹਨੂੰ ਦੇਖਿਆ? ਕਿਸ ਨੂੰ ਦੇਖਿਆ? ਬੁੱਧ ਨੂੰ। ਹਾਲੇਲੂਇਆ। ਕਿਹਨੂੰ ਦੇਖਿਆ? ਬੁੱਧੀ ਨੂੰ। ਇਹ ਸਾਰਾ ਕੁਝ ਕਿਸ ਦੇ ਨਾਲ ਹੋਇਆ? ਬੁੱਧੀ ਦੇ ਨਾਲ। ਉਹ ਬੁੱਧੀ ਸੰਸਾਰ ਦੀ ਨਹੀਂ ਆ। ਸੰਸਾਰ ਦੀ ਬੁੱਧੀ ਜਿਹੜੀ ਆ ਉਹ ਹਰ ਇੱਕ ਦੇ ਵਿੱਚ ਹੀ ਪਾਈ ਜਾਂਦੀ ਹੈ, ਇਹ ਨਹੀਂ ਆ ਕਿ ਉਹ ਹੈ। ਅਗਰ ਅਸੀਂ ਕਹਿੰਦੇ ਕਿ ਬੁੱਧੀ ਕਿੱਥੋਂ ਮਿਲ ਸਕਦੀ, ਅਸੀਂ ਕਹਾਂਗੇ ਜੋ ਸਾਡੇ ਕੋਲ ਹੈ। पैसा किथे खर्च करना, किथे लाना, घर किदा बनाना, ये बुद्धि जेड़ी है इस संसार दी आ। हालेलुया। किथे दी आ? संसार दी, और वो हर एक इंसान नूं मिली आ। लेकिन इत्थे परमेश्वर दा कलाम केड़ी बुद्धि दी गल करदा पिया? ओ बुद्धि जेड़ी स्वर्ग दी आ। जद वो सानू मिलदी आ असीं सारियां बुरियां चीज़ां तो छुटकारा पा लैंदे। जद वो साडे अंदर आउंदी आ तां असीं साडे ते कोई शैतान भी नहीं टिक सकदा, असीं स्वर्ग दे वासी बन सकांगे। हालेलुया। परमेश्वर दे कलाम नूं समझ सकांगे, उस दी भेतां नूं जान सकांगे। हालेलुया। कहंदा कि जदों परमेश्वर ने सारा कुछ बनाया उदों उसने इस नूं देखिया ते उस दा मुੱਲ परखिया ते इस नूं स्वीकार कीता। अगे कलाम की दसदा कहंदा परमेश्वर ने मनुख नूं किहा, जदों परमेश्वर ने देख लिया कि की आ परमेश्वर दी बुद्धि जिस नाल सारा कुछ प्रभु दे कंट्रोल विच हुंदा है। और कहंदे फिर परमेश्वर ने मनुख नूं किहा, किहनूं किहा? मनुख नूं, जेहड़े संसार जिंदियां दे संसार दे विच रहिंदे आ, की किहा? प्रभु दा डर रखना बुद्धिमत्ता है। हालेलुया। की है? प्रभु दा डर रखना बुद्धिमत्ता है, अते बुराई तो दूर रहना समझदारी है। हालेलुया। परमेश्वर ने इंसान नूं की किया? प्रभु का डर रखना। जेड़ा इंसान परमेश्वर के डर दे विच रहिंदा आ ओ की आ? बुद्धिमत्ता। यानी शुरुआत है परमेश्वर का डर रखना
बुद्धि ਨੂੰ ਪਾਉਣ ਦੀ ਸ਼ੁਰੂਆਤ ਆ। ਹਾਲੇਲੂਇਆ 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 ਹਾਲੇਲੂਇਆ। ਅਤੇ ਬੁਰਾਈ ਤੋਂ ਦੂਰ ਰਹਿਣਾ ਸਮਝਦਾਰੀ ਆ। ਜਿਹੜਾ ਇਨਸਾਨ ਬੁੱਧੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਉਹ ਬੁੱਧੀ ਜਿਹੜੀ ਸਵਰਗ ਦੀ ਆ ਸਭ ਤੋਂ ਪਹਿਲਾਂ ਪ੍ਰਭੂ ਦਾ ਡਰ ਆਪਣੇ ਅੰਦਰ ਰੱਖੇ। ਹਾਲੇਲੂਇਆ ਕੀ ਰੱਖੇ? ਪ੍ਰਭੂ ਦਾ ਡਰ। ਜਿਸ ਬੰਦੇ ਦੇ ਅੰਦਰ ਪਰਮੇਸ਼ਰ ਦਾ ਡਰ ਆ ਉਸ ਦੇ ਅੰਦਰ ਬੁੱਧੀ ਹੋਣੀ ਸਟਾਰਟ ਹੋ ਚੁੱਕੀ ਆ। और कहते बुराई तो दूर रहना समझदारी हर तरह की बुराई। कुछ लोग जानते हुए बुराई करते आ उन्होंने होर परमेश्वर की समझ नहीं है। अगे ਅਸੀਂ ਪੜਾਂਗੇ ਕਹਾਵਤਾਂ एक चैप्टर और 7:1 ਤੋਂ ਪੜਾਂਗੇ ਕਹਾਵਤਾਂ एक चैप्टर 1 ਅਧਿਆਇ 7:1 ਤੋਂ ਪੜਾਂਗੇ। बुद्धि के बारे में ਅੱਗੇ ਪੜਾਂਗੇ। ਇਸ ਦੇ ਵਿੱਚ ਕੀ ਲਿਖਿਆ ਹੋਇਆ? प्रभु दा डर बुद्धि दा मूल है। हालेलुया हालेलुया। परमेश्वर दा डर की है? बुद्धि दा मूल। मूल यानी शुरुआत। ਜਦੋਂ ਅਸੀਂ ਪਰਮੇਸ਼ਰ ਦਾ ਡਰ ਰੱਖਣਾ ਸਟਾਰਟ ਕਰਦੇ ਆ ਉਦੋਂ ਸ਼ੁਰੂਆਤ ਹੁੰਦੀ ਹੈ ਕਿਸ ਦੀ? ਬੁੱਧੀ ਦੀ। ਕਿਸ ਦੀ ਸ਼ੁਰੂਆਤ ਹੁੰਦੀ? ਬੁੱਧੀ ਦੀ। ਹਾਲੇਲੂਇਆ ਹਾਲੇਲੂਇਆ। और मूर्ख मनुष्य बुद्ध ते सिੱਖਿਆ ਨੂੰ ਤੁੱਛ ਸਮਝਦਾ ਹੈ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਕਹਿੰਦਾ ਜਿਹੜਾ ਮੂਰਖ ਮਨੁੱਖ ਹੁੰਦਾ ਉਹ ਬੁੱਧ ਤੇ ਸਿੱਖਿਆ ਨੂੰ ਕੀ ਸਮਝਦਾ? ਤੁੱਛ। ਉਹਨੇ ਕੀ ਕਹਿਣਾ? ਬੁੱਧੀ ਐਵੇਂ ਕਰਦੇ ਰਹਿੰਦੇ ਮੈਂ ਕਿਉਂ ਪ੍ਰਭੂ ਤੋਂ ਡਰਾਂ। ਕੁਝ ਲੋਕ ਕਹਿੰਦੇ ਨੇ ਮੈਨੂੰ ਨਹੀਂ ਕਿਸੇ ਦਾ ਡਰ, ਮੈਂ ਨਹੀਂ ਪਰਮੇਸ਼ਰ ਤੋਂ ਡਰਦਾ। ਕਿਹੜਾ ਪਰਮੇਸ਼ਰ ਆ? ਕੋਈ ਪਰਮੇਸ਼ਰ ਨਹੀਂ, ਮੈਨੂੰ ਨਹੀਂ ਡਰ। ਉਹ ਪਰਮੇਸ਼ਰ ਦੀ ਤਾੜਨਾ ਦੀ ਕੋਈ ਪਰਵਾਹ ਨਹੀਂ ਕਰਦੇ। ਇਹੋ ਜਿਹੇ ਇਨਸਾਨ जो परमेश्वर ने ताड़ना दी होंदी कोई हुक्म दिता हुंदा ਉਹ नहीं स्वीकार करते। ਉਹ ਕੀ ਕਰਦੇ? ਉਸ ਦੇ ਉਲਟ ਚੱਲਣਗੇ। ਉਹ ਪਰਮੇਸ਼ਰ ਦੀ ਬੁੱਧੀ ਤੋਂ ਬਹੁਤ ਜ਼ਿਆਦਾ ਦੂਰ ਆ। ਕਹਿੰਦੇ ਪ੍ਰਭੂ ਦਾ ਡਰ ਬੁੱਧੀ ਦਾ ਮੂਲ ਹੈ। ਹਾਲੇਲੂਇਆ ਹਾਲੇਲੂਇਆ। ਬੁੱਧੀ ਦੀ ਸ਼ੁਰੂਆਤ ਉੱਥੋਂ ਹੁੰਦੀ ਜਿਹੜਾ ਇਨਸਾਨ ਪਰਮੇਸ਼ਰ ਦਾ ਡਰ ਰੱਖਣਾ ਸਟਾਰਟ ਕਰਦਾ। ਪਰਮੇਸ਼ਰ ਦਾ ਡਰ ਰੱਖਣ ਦਾ ਮੀਨਿੰਗ ਆ ਜੋ ਪਰਮੇਸ਼ਰ ਨੇ ਸਾਨੂੰ ਨਿਯਮ ਦਿੱਤੇ ਆ ਉਹਨਾਂ ਨੂੰ ਫੋਲੋ ਕਰਨਾ। ਜਿਹੜਾ ਬੰਦਾ ਡਰ ਦੇ ਅੰਦਰ ਰਹਿੰਦਾ ਨਾ ਉਹਨੂੰ ਪਤਾ ਹੁੰਦਾ ਕਿ ਅਗਰ ਮੈਂ ਆ ਚੀਜ਼ ਕਰਾਂਗਾ ਤਾਂ ਮੈਨੂੰ ਕੀ ਹੋਣਾ? ਮੈਂ ਉਸ ਤੋਂ ਦੂਰ ਹੋ ਜਾਣਾ, ਉਸ ਦੇ ਪਿਆਰ ਤੋਂ ਦੂਰ ਹੋ ਜਾਣਾ ਆ ਜਾਂ ਮੈਂ ਪਰਮੇਸ਼ਰ ਦੇ ਅਨੁਗ੍ਰਹ ਤੋਂ ਉਸ ਦੀ ਆਸ਼ੀਸ਼ਾਂ ਤੋਂ ਬਹੁਤ ਦੂਰ ਚਲੇ ਜਾਣਾ। ਹਾਲੇਲੂਇਆ ਹਾਲੇਲੂਇਆ। ਜਿਸ ਬੰਦੇ ਦੇ ਅੰਦਰ ਪਰਮੇਸ਼ਰ ਦਾ ਡਰ ਹੁੰਦਾ ਉਹਨੂੰ ਪਤਾ ਹੁੰਦਾ ਪ੍ਰਭੂ ਨੇ ਕਿਹਾ ਆ ਕੰਮ ਨਹੀਂ ਕਰਨਾ, ਮੈਂ ਨਹੀਂ ਕਰਨਾ। ਜਿਹੜੇ ਬੰਦੇ ਦੇ ਅੰਦਰ ਡਰ ਨਹੀਂ ਆ ਉਹ ਕੀ ਕਰਦਾ? ਉਹ ਕਰੀ ਜਾਊਗਾ, ਉਹਨੂੰ ਕੋਈ ਪਰਵਾਹ ਨਹੀਂ। ਸ਼ਰਾਬ ਪੀਣੀ ਉਹਨੇ ਪੀ ਜਾਣੀ, ਝੂਠ ਬੋਲਣਾ ਉਹਨੇ ਬੋਲੀ ਜਾਣਾ, ਜੋ ਬੁਰਾਈ ਦੇ ਪਿੱਛੇ ਚੱਲਣਾ ਕਰੀ ਜਾਣਾ। ਪਰਮੇਸ਼ਰ ਨੇ ਹੁਕਮ ਦਿੱਤੇ ਆ ਪਾਪ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਵਿਚਾਰ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਮਾਤਾ ਪਿਤਾ ਦਾ ਸਤਿਕਾਰ ਕਰਨਾ ਆ। ਇਹ ਸਾਰੇ ਹੁਕਮ ਉਹਨੇ ਤੋੜੀ ਜਾਣੇ। ਕਿਉਂ? ਕਿਉਂਕਿ ਉਸ ਦੇ ਅੰਦਰ ਬੁੱਧੀ ਨਹੀਂ ਹੈ। ਹਾਲੇਲੂਇਆ ਹਾਲੇਲੂਇਆ। ਉਸ ਦੇ ਅੰਦਰ ਪਰਮੇਸ਼ਰ ਦਾ ਡਰ ਨਹੀਂ ਹੈ। ਅੱਗੇ 20 ਤੋਂ ਪੜਾਂਗੇ। सुनो बुद्धि गलियां ते बाजारां दे विच उच्ची उच्ची बुला रही है। और नगर दे फाटक कोल जिथे किते भी लोग इकट्ठे हुंदे हन उन्हां नूं इस तरह बुलाउंदी है। मूर्ख लोगो तुसी कदों तक मूर्ख बने रहोगे? तुसी कदों तक बुद्धि नूं तुच्छ जाणदे रहोगे? तुसी मेरी ताड़ना उते ध्यान देवो तां मैं तुहानूं अपनी समझ दा आत्मा देवांगी अते तुहाडे उते अपने शब्दां दा भेद प्रगट करांगी। हालेलुया हालेलुया हालेलुया। परमेश्वर दा कलाम की दसदा बुद्धि गलियां ते बाजारां दे विच ਉੱਚੀ ਉੱਚੀ बुला रही है। हालेलुया हालेलुया। परमेश्वर दा कलाम दुनिया दे कोने कोने दे विच ਉੱਚੀ ਉੱਚੀ सुनाया जा रहा है। हालेलुया। कहना नगर दे फाटक कोल जिथे किते भी लोग इकट्ठे हुंदे आ ਉਹਨਾਂ ਨੂੰ ਕੀ ਕਹਿੰਦੇ ਆ? ਮੂਰਖ ਲੋਕੋ ਤੁਸੀਂ ਕਦੋਂ ਤੱਕ ਮੂਰਖ ਬਣੇ ਰਹੋਗੇ? ਤੁਸੀਂ ਕਦੋਂ ਤੱਕ ਬੁੱਧੀ ਨੂੰ ਤੁੱਛ ਜਾਣਦੇ ਰਹੋਗੇ? ਤੁਸੀਂ ਮੇਰੀ ਤਾੜਨਾ ਉੱਤੇ ਧਿਆਨ ਦੇਵੋ। ਹਾਲੇਲੂਇਆ ਹਾਲੇਲੂਇਆ। ਅੱਗੇ ਅਸੀਂ ਪੜਿਆ ਪਰਮੇਸ਼ਰ ਦੇ ਵਚਨ 'ਚ ਲਿਖਿਆ ਪ੍ਰਭੂ ਦਾ ਡਰ ਬੁੱਧੀ ਦਾ ਮੂਲ ਹੈ, ਬੁੱਧੀ ਦੀ ਸ਼ੁਰੂਆਤ ਹੈ। और ये सानू प्रभु दे कोलों मिलदी आ। हालेलुया हालेलुया। बुद्धि की कहंदी उच्ची उच्ची बुलाउंदी आ। परमेश्वर हर एक नू अपना आत्मा देना चाहुंदा। और बुद्धि की कहंदी तुसी मेरी ताड़ना ते ध्यान देवो। ताड़ना केड़ी आ? ताड़ना केड़ी? ताड़ना किस नू कहंदे? ताड़ना
ਰੋਕਣਾ ਝਿੜਕਣਾ ਹਾਲੇਲੂਇਆ ਹਾਲੇਲੂਇਆ। ਤਾੜਨਾ ਹੁੰਦੀ ਆ ਕਿਸੇ ਨੂੰ ਇੱਕ ਕਹਿ ਲਓ ਝਿੜਕਣਾ ਉਹ ਹੁੰਦਾ ਜਦੋਂ ਅਸੀਂ ਕਿਸੇ ਨੂੰ ਕਿਸੇ ਗਲਤੀ ਦੇ ਬਾਰੇ ਝਿੜਕਦੇ ਆ ਉਸ ਨੂੰ ਸਹੀ ਕਰ ਦਿੰਦੇ ਆ। ਤਾੜਨਾ ਹੁੰਦੀ ਜਿਸ ਤਰ੍ਹਾਂ ਕਿਸੇ ਨੂੰ ਚੌਕਸ ਕਰ ਦੇਣਾ। ਹਾਲੇਲੂਇਆ ਹਾਲੇਲੂਇਆ। ਆਉਣ ਵਾਲੀਆਂ ਚੀਜ਼ਾਂ ਤੋਂ ਚੌਕਸ ਕਰ ਦੇਣਾ। ਹਾਲੇਲੂਇਆ ਸਿਖਾਉਣ ਦੇ ਲਈ ਚੌਕਸ ਕਰਨਾ। ਜਿੱਦਾਂ ਕਿ ਸਾਡੇ ਲਈ ਤਾੜਨਾ ਜਿਹੜੀ ਆ ਪ੍ਰਭੂ ਦੀ ਪਰਮੇਸ਼ਰ ਨੇ ਸਾਨੂੰ 10 ਹੁਕਮ ਦਿੱਤੇ ਆ। ਕੀ ਦਿੱਤੇ ਹੋਏ ਹੁਕਮ ਦਿੱਤੇ ਹੋ ਕਿਹੜੇ ਕਿਹੜੇ ਆ ਜ਼ਰਾ ਬੋਲ ਕੇ ਦੱਸੋ। किसी दूसरे के से नहीं चुकाएगा। ਉੱਚੀ ਉੱਚੀ ਉਹਦਾ ਨਹੀਂ ਦੇਖਣਾ ਜਿੱਦ ਪਰਮੇਸ਼ਰ ਦੀ ਤਾੜਨਾ ਕਿਹੜੀ ਆ ਕਿਹੜੀ ਕਿਹੜੀ ਆ ਉੱਚੀ ਬੋਲੋ। विचार नहीं करना, अपने माता पिता की आज्ञा का पालन करना, तो मेरे सिवा किसी दूसरे के से नहीं चुकाना, खून नहीं करना, ਵਿਚਾਰ ਨਹੀਂ ਕਰਨਾ, किसी भी चीज का लालच नहीं करना। हाँ जी अपने गुआंढी को अपने जगह पे हाँ जी इको परमेश्वर ਨੂੰ ਮੰਨਣਾ ਸਬਦਾ ਦਿਨ ਪਾਕ ਰੱਖਣਾ। ਇਹ ਸਾਰੇ ਕੀ ਆ 10 ਤੋਂ ਇਹ ਕੀ ਆ ਪ੍ਰਭੂ ਦੀ ਆਗਿਆ ਤਾੜਨਾ। ਹਾਲੇਲੂਇਆ ਇਹ ਪਰਮੇਸ਼ਰ ਨੇ ਸਾਡੇ ਲਈ ਤਾੜਨਾ ਰੱਖੀ ਆ। ਪਰਮੇਸ਼ਰ ਦਾ ਕਲਾਮ ਕੀ ਕਹਿੰਦਾ ਤੁਸੀਂ ਮੇਰੀ ਤਾੜਨਾ ਉੱਤੇ ਕੀ ਦੇਵੋ ਧਿਆਨ ਦੇਵੋ ਤਾਂ ਮੈਂ ਤੁਹਾਨੂੰ ਆਪਣੀ ਸਮਝ ਦਾ ਆਤਮਾ ਦੇਵਾਂਗੀ। ਹਾਲੇਲੂਇਆ ਹਾਲੇਲੂਇਆ। ਸਮਝ ਦਾ ਆਤਮਾ ਪਵਿੱਤਰ ਆਤਮਾ। ਹਾਲੇਲੂਇਆ ਹਾਲੇਲੂਇਆ। ਕਦੋਂ ਮਿਲਦਾ ਜਦੋਂ ਅਸੀਂ ਤਾੜਨਾ ਉੱਤੇ ਚੱਲਦੇ ਆ ਧਿਆਨ ਦੇਣਾ। ਕੀ ਕਰਨਾ ਧਿਆਨ ਦੇਣਾ ਤਾੜਨਾ ਉੱਤੇ ਪਰਮੇਸ਼ਰ ਦੇ ਹੁਕਮਾਂ ਤੇ ਧਿਆਨ ਦੇਣਾ। ਆਪਣੇ ਆਪ ਨੂੰ ਹਰ ਰੋਜ਼ ਜਾਂਚੋ ਤੁਸੀਂ ਕਿਤੇ ਇਹਨਾਂ ਦੇ ਵਿੱਚੋਂ ਕੋਈ ਤਾੜਨਾ ਦੀ ਉਲੰਘਣਾ ਨਹੀਂ ਕੀਤੀ। ਝੂਠ ਤੇ ਨਹੀਂ ਬੋਲਿਆ ਗਿਆ, ਚੋਰੀ ਤੇ ਨਹੀਂ ਕੀਤੀ ਗਈ, ਕਿਸੇ ਚੀਜ਼ ਦਾ ਲਾਲਚ ਤੇ ਨਹੀਂ ਕਰ ਲਿਆ, ਜਾਂ ਕੋਈ ਵਿਚਾਰ ਤੇ ਨਹੀਂ ਕੀਤਾ, ਜਾਂ ਆਪਣੇ ਮਾਤਾ ਪਿਤਾ ਦਾ ਆਦਰ ਕੀਤਾ, ਜਾਂ ਫਿਰ ਅਸੀਂ ਤੋੜ ਦਿੱਤਾ, ਜਾਂ ਫਿਰ ਅਸੀਂ ਪ੍ਰਭੂ ਦੇ ਦਿਲ ਨੂੰ ਪਾਕ ਨਹੀਂ ਰੱਖਿਆ, ਇੱਕੋ ਪਰਮੇਸ਼ਰ ਨੂੰ ਨਹੀਂ ਮੰਨੇ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਕਲਾਮ ਦਾ ਹਰ ਰੋਜ਼ ਆਪਣੇ ਆਪ ਦੀ ਜਾਂਚ ਕਰੋ। ਕਹਿੰਦਾ ਤੁਸੀਂ ਮੇਰੀ ਤਾੜਨਾ ਉੱਤੇ ਧਿਆਨ ਦਿਓ ਤਾਂ ਮੈਂ ਤੁਹਾਨੂੰ ਬੜੀ ਸਮਝ ਦਾ ਆਤਮਾ ਦੇਵਾਂਗੀ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਆਤਮਾ ਹੈ ਉਹਨਾਂ ਦੇ ਕੋਲ ਪਰਮੇਸ਼ਰ ਦੀ ਬੁੱਧੀ ਹੈ। ਹਾਲੇਲੂਇਆ ਹਾਲੇਲੂਇਆ। ਜਿਨ੍ਹਾਂ ਨੇ ਅਜੇ ਤੱਕ ਪਰਮੇਸ਼ਰ ਦਾ ਆਤਮਾ ਨਹੀਂ ਪਾਇਆ ਉਹਨਾਂ ਦੇ ਕੋਲ ਪ੍ਰਭੂ ਦੀ ਸਮਝ ਵੀ ਨਹੀਂ ਹੈ। ਉਹ ਪਰਮੇਸ਼ਰ ਦੀ ਬੁੱਧੀ ਤੋਂ ਬਿਨਾਂ ਹੈ। ਹਾਲੇਲੂਇਆ ਹਾਲੇਲੂਇਆ। ਤੁਸੀਂ ਦੇਖੋ ਅਗਰ ਕੋਈ ਗੱਲ ਕਰੀਏ ਤਾਂ ਅਗਰ ਕੋਈ ਕਿਸੇ ਨੂੰ ਕਹਿ ਦਵੇ ਤੈਨੂੰ ਅਕਲ ਨਹੀਂ ਹੈ, ਤੇਰੇ ਕੋਲ ਬੁੱਧੀ ਹੈ ਨਹੀਂ, ਤੈਨੂੰ ਪਤਾ ਨਹੀਂ ਲੱਗਦਾ ਕੀ ਕਰਨਾ, ਕਿੰਨਾ ਗੁੱਸਾ ਜਿਹਾ ਹੁੰਦਾ ਆਂਦਾ ਨਾ। ਲੇਕਿਨ ਕੀ ਫਾਇਦਾ ਜੇ ਸਾਡੇ ਕੋਲ ਪਰਮੇਸ਼ਰ ਦੀ ਸਮਝ ਨਾ ਹੋਵੇ, ਅਸੀਂ ਬੇਅਕਲ ਆ। ਫਿਰ ਕੀ ਆ ਬੇਅਕਲ ਦੇ ਬੇਸਮਝ ਆ, ਸਾਡੇ ਕੋਲ ਪਰਮੇਸ਼ਰ ਦੀ ਸਮਝ ਨਹੀਂ ਆ। ਫਿਰ ਦੱਸੋ ਪਰਮੇਸ਼ਰ ਦੇ ਸਾਹਮਣੇ ਅਸੀਂ ਕਿੱਦਾਂ ਖੜੇ ਹੋਵਾਂਗੇ? ਸਿਰ ਉਠਾ ਕੇ ਜਾਂ ਝੁਕਾ ਕੇ? ਹਾਂਜੀ ਸਿਰ ਝੁਕਾ ਕੇ ਫਿਰ ਖੜੇ ਨਹੀਂ ਹੋ ਸਕਦੇ। इसका मतलब है जैसा ਜਦੋਂ ਸ਼ਰਮਿੰਦਾ ਹੁੰਦਾ ਹੈ हालेलुया ਇਹ ਹੋਣਾ ਸਾਹਮਣੇ ਪਰਮੇਸ਼ਰ ਦੇ परमेश्वर के सामने ਤੁਸੀਂ ਨਜ਼ਰਾਂ ਮਿਲਾ ਸਕੋ। ਇਸ ਕਾਬਿਲ ਬਣਨਾ ਆ। ਪਰ ਉਹ ਕਿੱਦਾਂ ਬਣਨਾ ਜਦੋਂ ਅਸੀਂ ਪਰਮੇਸ਼ਰ ਦੀ ਤਾੜਨਾ ਤੇ ਚੱਲਦੇ ਆ ਔਰ ਬੁੱਧੀ ਨੂੰ ਪ੍ਰਾਪਤ ਕਰਦੇ ਆ। ਪਰ ਉਹ ਕਿੱਦਾਂ ਮਿਲਣੀ? ਉਸੇ ਤਾੜਨਾ ਦੇ ਇੱਕ ਹੁਕਮ ਨੂੰ ਫੋਲੋ ਕਰਕੇ। ਡਰ ਰੱਖਣਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ। ਪ੍ਰਭੂ ਦੇ ਡਰ ਰੱਖ ਕੇ ਉਹਦੇ ਹੁਕਮਾਂ ਤੇ ਚੱਲ ਕੇ। ਕਿਉਂਕਿ ਕਹਿੰਦਾ ਜਦੋਂ ਤੁਸੀਂ ਇਹ ਕਰਨਾ ਸਿੱਖ ਲਿਆ, ਪਰਮੇਸ਼ਰ ਦਾ ਡਰ ਰੱਖਣਾ ਸਿੱਖ ਲਿਆ, ਤਾਂ ਫਿਰ ਕੀ ਹੋਣਾ? ਕਹਿੰਦਾ ਕਿ ਮੈਂ ਤੁਹਾਨੂੰ ਆਪਣੀ ਸਮਝ ਦਾ ਆਤਮਾ ਦੇਵਾਂਗੀ ਅਤੇ ਤੁਹਾਡੇ ਉੱਤੇ ਆਪਣੇ ਸ਼ਬਦਾਂ ਦੇ ਭੇਤ ਪ੍ਰਗਟ ਕਰਾਂਗੀ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਹੋਇਆ ਹੈ ਪਰਮੇਸ਼ਰ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ? ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕ ਜਾਣਨਾ ਚਾਹੁੰਦੇ ਆ, ਪਰਮੇਸ਼ਰ ਨੇ ਆਪਣੇ ਭੇਤ ਸਿਰਫ ਭੋਲੇ ਭਾਲੇ ਲੋਕਾਂ ਦੇ ਉੱਤੇ ਪ੍ਰਗਟ ਕੀਤੇ ਹੋਏ ਆ। ਹਾਲੇਲੂਇਆ ਹਾਲੇਲੂਇਆ। ਵਚਨ ਦਾ ਭੇਤ ਕੀ ਆ ਸਿਰਫ ਉਹੀ ਜਾਣਦਾ ਜਿਹਦੇ ਕੋਲ ਪਰਮੇਸ਼ਰ ਦਾ ਆਤਮਾ ਆ। ਕੀ ਇੱਥੇ ਵਚਨ ਕੀ ਦੱਸ ਰਿਹਾ? ਕਿ ਮੈਂ ਤੁਹਾਨੂੰ ਆਪਣੀ ਸਮਝ ਦਾ ਆਤਮਾ ਦੇਵਾਂਗੀ ਤੇ ਤੁਹਾਡੇ ਉੱਤੇ ਸ਼ਬਦਾਂ ਦਾ ਭੇਤ ਖੋਲ ਦਿਆਂਗੀ। ਹਾਲੇਲੂਇਆ ਹਾਲੇਲੂਇਆ। ਉਦੋਂ ਤੱਕ ਅਸੀਂ ਅਗਰ ਬਾਈਬਲ ਪੜ੍ਹਦੇ ਸਾਨੂੰ ਸਮਝ ਨਹੀਂ ਆਉਂਦੀ, ਅਗਰ ਪ੍ਰਭੂ ਦੀ ਕੋਈ ਗੱਲ ਸੁਣਦੇ ਸਾਡੇ ਮਾਈਂਡ ਦੇ ਵਿੱਚ ਪੈਣੀ ਨਹੀਂ ਹੋ, ਸਾਨੂੰ ਪਤਾ ਨਹੀਂ ਲੱਗਣਾ ਕੀ ਹੈ ਇਸ ਦਾ ਮੀਨਿੰਗ। ਪੜ੍ਹੀ ਜਾਵਾਂਗੇ ਲੇਕਿਨ ਸਮਝ ਨਹੀਂ ਹੋਣਾ। ਕਦੋਂ ਸਮਝ ਹੋਣਾ? ਜਦੋਂ ਅਸੀਂ ਉਹਦੇ ਆਤਮਾ ਨੂੰ
ਹੁੰਦੇ ਆ। ਹਾਲੇਲੂਇਆ। ਔਰ ਆਤਮਾ ਉਦੋਂ ਮਿਲਦੀ ਜਦੋਂ ਅਸੀਂ ਪਰਮੇਸ਼ਰ ਦੀ ਤਾੜਨਾ ਦੇ ਉੱਤੇ ਚੱਲਦੇ ਆ, ਧਿਆਨ ਦਿੰਦੇ ਆ। ਹਾਲੇਲੂਇਆ। ਕੀ ਕਰਦੇ ਆ? ਕੀ ਕਰਦੇ? ਚੱਲਦੇ ਕਿੰਨੇ ਜਣ ਧਿਆਨ ਦੇ ਰਹੇ? ਬਾਕੀ ਕਿਤੇ ਨਹੀਂ। ਹਾਲੇਲੂਇਆ। ਹਾਲੇਲੂਇਆ। ਜਿਹੜੀ ਗੱਲ ਕਰਦੇ ਨੇ ਉਹਦੇ ਉੱਤੇ ਮਾੜਾ ਜਿਹਾ ਗੌਰ ਕਰੋ, ਜੋ ਪੁੱਛਦੇ ਆ ਨਾ ਉਹਦਾ ਆਨਸਰ ਵੀ ਜਲਦੀ ਦਿਆ ਕਰੋ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਮੈਂ ਤੁਹਾਨੂੰ ਬੁਲਾਇਆ, ਤੁਹਾਨੂੰ ਸੱਦਾ ਦਿੱਤਾ, ਪਰ ਤੁਸੀਂ ਮੇਰੀ ਨਾ ਸੁਣੀ ਅਤੇ ਨਾ ਹੀ ਮੇਰੀ ਕੋਈ ਪਰਵਾਹ ਕੀਤੀ। ਹਾਲੇਲੂਇਆ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੀ ਤਾੜਨਾ ਤੇ ਨਹੀਂ ਚੱਲਦੇ, ਜਦੋਂ ਉਹ ਕਹਿੰਦਾ ਮੈਂ ਤੁਹਾਨੂੰ ਬੁਲਾਇਆ ਸੀ, ਤੁਹਾਨੂੰ ਸੱਦਾ ਵੀ ਦਿੱਤਾ ਸੀ, ਤੁਸੀਂ ਮੇਰੀ ਨਾ ਸੁਣੀ ਔਰ ਨਾ ਹੀ ਮੇਰੀ ਕੋਈ ਪਰਵਾਹ ਕੀਤੀ। ਫਿਰ ਕੀ ਹੁੰਦਾ? ਕਹਿੰਦਾ 28 ਪੜਾਂਗੇ, ਤਦ ਉਸ ਵੇਲੇ ਤੁਸੀਂ ਮੈਨੂੰ ਬੁਲਾਓਗੇ ਪਰ ਮੈਂ ਕੋਈ ਉੱਤਰ ਨਹੀਂ ਦੇਵਾਂਗੀ। ਹਾਲੇਲੂਇਆ। ਹਾਲੇਲੂਇਆ। ਤੁਸੀਂ ਮੈਨੂੰ ਲੱਭੋਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ, ਕਿਉਂਕਿ ਤੁਸੀਂ ਕਦੀ ਵੀ ਬੁੱਧੀ ਦੀ ਪਰਵਾਹ ਨਾ ਕੀਤੀ ਤੇ ਪ੍ਰਭੂ ਦਾ ਡਰ ਨਹੀਂ ਮੰਨਿਆ। ਤੁਸੀਂ ਕਦੀ ਵੀ ਮੇਰੀ ਸਲਾਹ ਨਾ ਮੰਨੀ, ਮੇਰੀ ਤਾੜਨਾ ਦੀ ਪਰਵਾਹ ਨਾ ਕੀਤੀ। ਤਦ ਤੁਸੀਂ ਆਪਣੇ ਕੀਤੇ ਦਾ ਬਦਲਾ ਪਾਓਗੇ ਤੇ ਆਪਣੀਆਂ ਹੀ ਚਾਲਾਂ ਵਿੱਚ ਫਸ ਜਾਓਗੇ। ਹਾਲੇਲੂਇਆ। ਹਾਲੇਲੂਇਆ। ਜਿਹੜੇ ਲੋਕ ਪ੍ਰਭੂ ਦਾ ਡਰ ਨਹੀਂ ਰੱਖਦੇ, ਉਹਨਾਂ ਦੇ ਕੋਲ ਪਰਮੇਸ਼ਰ ਦੀ ਸਮਝ ਵੀ ਨਹੀਂ ਹੈ। ਜਿਹੜੀ ਪਰਮੇਸ਼ਰ ਦੀ ਤਾੜਨਾ ਦੀ ਪਰਵਾਹ ਨਹੀਂ ਕਰਦੇ, ਜਦੋਂ ਮੁਸੀਬਤ ਵਿੱਚ ਫਸ ਜਾਂਦੇ ਆ ਉਦੋਂ ਬੁਲਾਉਂਦੇ ਆ, ਤਦ ਵੀ ਪਰਮੇਸ਼ਰ ਨਹੀਂ ਸੁਣਦਾ। ਕਹਿੰਦਾ ਕਿ ਬੁਲਾਓਗੇ ਮੈਂ ਤੁਹਾਡੀ ਨਹੀਂ ਸੁਣਨੀ, ਤੁਸੀਂ ਮੈਨੂੰ ਸੱਦੋਗੇ ਪਰ ਮੈਂ ਨਹੀਂ ਆਵਾਂਗੀ, ਕਿਉਂਕਿ ਕਹਿੰਦੇ ਤੁਸੀਂ ਨਾ ਤਾਂ ਪਰਮੇਸ਼ਰ ਕਹਿੰਦਾ ਮੇਰਾ ਡਰ ਰੱਖਿਆ, ਨਾ ਮੇਰੇ ਹੁਕਮਾਂ ਨੂੰ ਮੰਨਿਆ। ਤੇ ਫਿਰ ਕਹਿੰਦਾ ਤੁਸੀਂ ਕਦੀ ਵੀ ਕਹਿੰਦਾ ਮੇਰੀ ਸਲਾਹ ਨਹੀਂ ਮੰਨੀ, ਇਸ ਕਰਕੇ ਮੈਂ ਵੀ ਤੁਹਾਡੀ ਹੈਲਪ ਨਹੀਂ ਕਰਨੀ, ਨਾ ਤੁਹਾਡੀ ਸੁਣਨੀ। ਕਹਿੰਦਾ ਅਨੁਭਵ ਰਹਿਤ ਲੋਕ ਮਾਰੇ ਗਏ ਕਿਉਂਕਿ ਉਹਨਾਂ ਬੁੱਧੀ ਨੂੰ ਸਵੀਕਾਰ ਨਹੀਂ ਕੀਤਾ, ਅਤੇ ਮੂਰਖ ਇਸ ਲਈ ਨਾਸ਼ ਹੋ ਗਏ ਕਿਉਂਕਿ ਉਹਨਾਂ ਬੁੱਧੀ ਦੀ ਕੋਈ ਪਰਵਾਹ ਨਾ ਕੀਤੀ। ਪਰ ਜੋ ਮਨੁੱਖ ਮੇਰੀ ਸੁਣੇਗਾ ਉਹ ਸੁਰੱਖਿਅਤ ਰਹੇਗਾ, ਪੂਰੇ ਆਰਾਮ ਨਾਲ ਰਹੇਗਾ ਅਤੇ ਉਸ ਨੂੰ ਵਿਪਤਾ ਡਰਾ ਨਹੀਂ ਸਕੇਗੀ। ਹਾਲੇਲੂਇਆ। ਹਾਲੇਲੂਇਆ। ਅਨੁਭਵ ਰਹਿਤ ਲੋਕ ਕੀ ਹੋ ਗਿਆ? ਮਾਰੇ ਗਏ। ਜਿਨ੍ਹਾਂ ਨੂੰ ਗਿਆਨ ਹੀ ਨਹੀਂ ਸੀ, ਜਿਨ੍ਹਾਂ ਦੇ ਕੋਲ ਸਮਝ ਨਹੀਂ ਸੀ, ਬੁੱਧੀ ਨਹੀਂ ਸੀ, ਪ੍ਰਭੂ ਦਾ ਡਰ ਨਹੀਂ ਸੀ, ਉਹ ਕੀ ਹੋਇਆ? ਮਰ ਗਏ। ਉਹ ਇਨਸਾਨ ਦੀ ਜ਼ਿੰਦਗੀ ਬਹੁਤ ਘੱਟ ਹੁੰਦੀ ਆ ਜਿਹੜੇ ਪਰਮੇਸ਼ਰ ਦਾ ਡਰ ਨਹੀਂ ਰੱਖਦੇ। ਉਹ ਕਹਿੰਦੇ ਵਚਨ ਨੂੰ ਦੋਚੇ ਸਮਝਦੇ, ਮਜ਼ਾਕ ਉਡਾਉਂਦੇ, ਕਹਿੰਦੇ ਇਹ ਵੀ ਕੋਈ ਵਚਨ ਆ, ਮੈਂ ਕਿਉਂ ਚੱਲਣਾ ਇਸ ਤੇ, ਮੈਨੂੰ ਕੌਣ ਕੰਟਰੋਲ ਕਰ ਸਕਦਾ, ਮੈਂ ਤਾਂ ਆਪ ਰੱਬ ਆ। ਹਾਲੇਲੂਇਆ। ਹਾਲੇਲੂਇਆ। ਕਹਿੰਦੇ ਧਰਤੀ ਦੇ ਰੱਬ ਅਸੀਂ ਆ, ਸਾਡੇ ਕੋਲ ਪੈਸਾ ਆ, ਜ਼ਮੀਨ ਜਾਇਦਾਦ, ਸਾਰਾ ਕੁਝ ਅਸੀਂ ਖਰੀਦ ਸਕਦੇ ਆ, ਲੇਕਿਨ ਕੋਈ ਬੁੱਧੀ ਨੂੰ ਪਰਮੇਸ਼ਰ ਨੂੰ ਖਰੀਦ ਨਹੀਂ ਸਕਦਾ। ਸਵਰਗ ਦੀ ਟਿਕਟ ਕੋਈ ਇਥੋਂ ਪੈਸੇ ਨਾਲ ਨਹੀਂ ਲੈ ਸਕਦਾ। ਹਾਲੇਲੂਇਆ। ਹਾਲੇਲੂਇਆ। ਜਦੋਂ ਅਸੀਂ ਅਮਰੀਕਾ ਜਾਣਾ ਹੋਵੇ, ਹਾਲੇਲੂਇਆ, ਜਦੋਂ ਅਸੀਂ ਦੂਸਰੀ ਕੰਟਰੀ ਵਿੱਚ ਜਾਣਾ ਹੋਵੇ, ਮੰਨ ਲਓ ਤੁਸੀਂ ਅਮਰੀਕਾ ਜਾਣਾ, ਉੱਥੇ ਜਾਣ ਦੇ ਲਈ ਤੁਹਾਨੂੰ ਲੈਂਗੁਏਜ ਸਿੱਖਣੀ ਪੈਣੀ ਆ ਕਿ ਅਗਰ ਤੁਸੀਂ ਇੱਥੋਂ ਉੱਥੇ ਜਾਓਗੇ, ਅਗਰ ਕੋਈ ਤੁਹਾਡੇ ਨਾਲ ਗੱਲਬਾਤ ਕਰੇਗਾ, ਤੁਸੀਂ ਕਿੱਦਾਂ ਕਰੋਗੇ? ਅਗਰ ਤੁਹਾਨੂੰ ਉੱਥੇ ਦੀ ਭਾਸ਼ਾ ਪਤਾ ਹੋਵੇਗੀ, ਸਿੱਖੋਗੇ, ਫਿਰ ਕਿਸੇ ਨਾਲ ਗੱਲ ਕਰ ਸਕੋਗੇ, ਨਹੀਂ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ, ਤੁਸੀਂ ਉੱਥੇ ਅੰਨੇ ਬੋਲੇ ਤੇ ਗੂੰਗੇ ਦੀ ਤਰ੍ਹਾਂ ਹੋ। ਹਾਲੇਲੂਇਆ। ਕਿਸੇ ਨੇ ਉੱਥੇ ਹੈਲਪ ਵੀ ਨਹੀਂ ਕਰਨੀ। ਹਾਲੇਲੂਇਆ। ਹਾਲੇਲੂਇਆ। ਤੁਸੀਂ ਅਗਰ ਅਮਰੀਕਾ ਜਾਣਾ, ਇੱਥੋਂ ਕੁਝ ਸਿੱਖ ਕੇ ਜਾਓਗੇ, ਫਿਰ ਜਾ ਪਾਓਗੇ, ਨਹੀਂ ਤਾਂ ਨਹੀਂ। ਇਸੇ ਤਰ੍ਹਾਂ ਜੇਕਰ ਅਸੀਂ ਸਵਰਗ ਰਾਜ ਦੇ ਵਿੱਚ ਜਾਣਾ ਆ, ਫਿਰ ਕੀ ਚਾਹੀਦਾ? ਪਰਮੇਸ਼ਰ ਦੀ ਭਾਸ਼ਾ। ਹਾਲੇਲੂਇਆ। ਹਾਲੇਲੂਇਆ। ਉੱਥੇ ਦੀ ਭਾਸ਼ਾ ਲਓ, ਪਵਿੱਤਰ ਆਤਮਾ ਲਓ, ਗੁਰੂ ਪਵਿੱਤਰ, ਆਪਣੇ ਆਪ ਨੂੰ ਪਵਿੱਤਰ ਰੱਖਣਾ। ਉੱਥੇ ਦੀ ਟਿਕਟ ਲਓ, ਟਿਕਟ ਏਦਾਂ ਨਹੀਂ ਮਿਲਦੀ। ਕਿੱਦਾਂ ਮਿਲਣੀ ਆ? ਕਿਉਂਕਿ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਸੋਨੇ ਚਾਂਦੀ ਨਾਲ ਨਹੀਂ, ਹੀਰੇ ਜਵਾਹਰਾਤ ਨਾਲ ਨਹੀਂ, ਧਰਤੀ ਦੀ ਕਿਸੇ ਵੀ ਕੀਮਤੀ ਚੀਜ਼ ਨਾਲ ਅਸੀਂ ਉਹਨੂੰ ਖਰੀਦ ਨਹੀਂ ਸਕਦੇ। ਕਿੱਦਾਂ ਟਿਕਟ ਲੈ ਸਕਦੇ ਆ? ਸਿਰਫ ਇੱਕੋ ਹੀ ਚੀਜ਼ ਹੁਣੇ ਅਸੀਂ ਆਪਾਂ ਪੜ੍ਹੀ ਹੈ, ਕਿਹੜੀ ਚੀਜ਼? ਹਾਲੇਲੂਇਆ। ਕਿਹੜੀ ਚੀਜ਼? ਪ੍ਰਭੂ ਦੀ ਤਾੜਨਾ ਦੇ ਉੱਤੇ ਧਿਆਨ ਦੇਣਾ। ਹਾਲੇਲੂਇਆ। ਜਦੋਂ ਇਹ ਚੀਜ਼ ਅਸੀਂ ਕਰ ਲਈ, ਅਸੀਂ ਸਵਰਗ ਦੇ ਵਿੱਚ ਐਂਟਰੀ ਕਰਕੇ। ਹਾਲੇਲੂਇਆ। ਹਾਲੇਲੂਇਆ। ਕਿੰਦਾ ਪਰ ਜੋ ਮਨੁੱਖ ਮੇਰੀ ਸੁਣੇਗਾ ਉਹ ਸੁਰੱਖਿਅਤ ਰਹੇਗਾ। ਕੀ ਰਹੇਗਾ? ਸੁਰੱਖਿਅਤ ਰਹੇਗਾ। ਔਰ ਕਹਿੰਦਾ ਪੂਰੇ ਆਰਾਮ ਨਾਲ ਰਹਿਣਾ। ਉਹਨੇ ਕਿੱਦਾਂ ਰਹਿਣਾ? ਆਰਾਮ ਦੇ ਨਾਲ। ਆਰਾਮ ਨਾਲ ਕਿਹੜਾ ਕਹਿੰਦਾ? ਜਿਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਬੇਫਿਕਰਾ ਜਿਹਾ ਹੁੰਦਾ ਹੈ, ਉਹ ਕੀ ਹੁੰਦਾ? ਆਰਾਮ। ਪ੍ਰਭੂ ਦਾ ਨਾਮ। ਜਦ ਸਾਡੇ ਤੇ ਕੋਈ ਮੁਸੀਬਤ ਆਉਂਦੀ, ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਰ ਹੱਲ ਕਰਨ ਵਾਲਾ ਹੈ। ਹਾਲੇਲੂਇਆ। ਅਗਰ ਕੋਈ